ਜੋ ਵੀ ਕੱਲ ਘਟਨਾਕ੍ਰਮ ਅਜਨਾਲੇ ਦੇ ਵਿੱਚ ਵਾਪਰਿਆ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਤੇ ਪੁਲਿਸ ਦੇ ਵਿਚਾਲੇ ਤੁਹਾਨੂੰ ਨਹੀਂ ਲੱਗਦਾ ਵੀ ਕਿਤੇ ਨਾ ਕਿਤੇ ਇਹ ਮੈਸੇਜ ਜਿਹੜਾ ਉਹ ਠੀਕ ਨਹੀਂ ਗਿਆ? ਇਹਦੇ ਨਾਲ ਇੱਕ ਬਹੁਤ ਦੁਸ਼ਪ੍ਰਭਾਵ ਇੱਕ ਜਿਹੜਾ ਹੈ ਗਲਤ ਮੈਸੇਜ ਲੋਕਾਂ ਤੱਕ ਜਾਂਦਾ ਹੈਗਾ। ਫੋਰਨ ਡਿਗਨਿਟਰੀਜ਼, ਇੰਟਰਨੈਸ਼ਨਲ ਇਨਵੈਸਟਰਸ ਉਹਨਾਂ ਤੱਕ ਜਾਂਦਾ ਹੈਗਾ ਤੇ ਸਾਡੇ ਪੰਜਾਬ ਸਟੇਟ ਦੀ ਇਕਨੋਮਿਕ ਲਾਈਫ ਲਈ ਤੇ ਪੰਜਾਬ ਸਟੇਟ ਦੀ ਇਮੇਜ ਲਈ ਅਸੀਂ ਸਾਰੇ ਹੀ ਜ਼ਿੰਮੇਵਾਰ ਹਾਂ। डिस्ट्रिक्ट एडमिनिस्ट्रेशन को, पुलिस एडमिनिस्ट्रेशन को ते कॉर्पोरेशन को तीन मेन ने भी इन्हां कोल कोई कंस्ट्रक्टिव प्लान शहर बारे नहीं हैगा। ਰੀਗੋ ਬ੍ਰਿਜ ਸਾਡੀ ਲਾਈਫਲਾਈਨ ਸੀ, ਉਹ ਬੰਦ ਹੋਈ ਹੈ। ਬੜੀ ਸਾਡੇ ਲਈ ਵੀ ਬੜਾ ਔਖਾ ਸਮਾਂ ਵੀ ਉਹਨੂੰ ਬੰਦ ਕਰਨਾ ਪਿਆ ਮਜਬੂਰੀ ਵਿੱਚ। ਹੁਣ ਮੈਂ ਇਸ ਗੱਲ ਦੀ ਮੈਂ ਤੁਹਾਨੂੰ ਮਤਲਬ ਖੁਸ਼ਖਬਰੀ ਦੇ ਸਕਦਾ ਵੀ ਵੱਲਾ ਬ੍ਰਿਜ ਜਿਹੜਾ ਹੈਗਾ ਉਹ ਆਪਣਾ ਫਸਟ ਵੀਕ ਆਫ ਮਾਰਚ ਨੂੰ ਓਪਨ ਹੋ ਰਿਹਾ ਜੀ। ਤੇ ਜਿਹੜਾ ਸਾਡਾ 22 ਨੰਬਰ ਫਾਟਕ ਦਾ ਜਿਹੜਾ ਨਵਾਂ ਆਰਓਬੀ ਹੈ ਉਹਦੀ ਅਸੀਂ ਉਮੀਦ ਕਰ ਰਹੇ ਹਾਂ फर्स्ट वीक ऑफ अप्रैल तक वी विल बी मेकिंग इट वर्क। बहुत सारिया इलीगल बिल्डिंग्स बन रही हैं, बड़े बड़े 200 300 कमरे के होटल बन रहे हैं, पार्किंग है नहीं। सॉरी टू से मैं ज़्यादा वर्ड यूज़ कर रहे हैं भी जो चोर कुत्ती रल गए ना जी तो फिर तो खत्म है ना जी। शहर का बेड़ा गर्क पहले ही सी तो अपने को आने वाले दिनों कोई प्लान फिलहाल है नहीं। गवर्नमेंट के एटीट्यूड को देखने के बावजूद भी इस चीज़ च इंडल्ज कर रहे हैं, अपनी ड्यूटी च कोताही कर रहे हैं जिस नाल सरकार का काम खराब हो रहा है। उन्होंने खिलाफ सख्त कार्रवाई बिल्कुल करनी बनती भी है तो की जाएगी भी। ਅੰਮ੍ਰਿਤਸਰ ਦੇ ਵਿੱਚ 1 ਲੱਖ ਜਿਹੜੇ ਬੈਨੀਫੀਸ਼ੀਅਰੀ ਹੈ, ਕੁਝ ਸਰਕਾਰੀ ਬੰਦੇ ਹੀ ਉਹ ਜਿਹੜੇ ਸਰਕਾਰੀ ਅਨਾਜ ਵਾਲਾ ਬੈਨੀਫਿਟ ਲੈ ਰਹੇ ਨੇ ਜੀ। ਜਿੱਥੇ ਤਾਂ ਸਰਕਾਰੀ ਮੁਲਾਜ਼ਮ ਹੈ ਉਸ ਤੋਂ ਰਿਕਵਰੀ ਕਰਨਾ ਤਾਂ ਸਭ ਤੋਂ ਈਜ਼ੀ ਹੈ ਜੀ। ਉਹਦੀ ਤਨਖਾਹ ਚੋਂ ਰਿਕਵਰੀ ਹੋ ਜੂਗੀ, ਅੱਗੇ ਆਉਣ ਵਾਲੀ ਉਹਦੇ ਬੈਨੀਫਿਟਸ ਚੋਂ ਰਿਕਵਰੀ ਹੋ ਜੂਗੀ, ਉਹਦੇ ਖਿਲਾਫ ਡਿਸਪਲਿਨਰੀ ਐਕਸ਼ਨ ਵੀ ਹੋ ਜੂਗਾ। ਪਰ ਜੇ ਤੁਸੀਂ 1 ਲੱਖ ਦੀ ਲਿਸਟ ਦੇਖੋ ਉਹਦੇ 'ਚ ਸਿਰਫ 2000 ਬੰਦਾ ਸਰਕਾਰੀ ਮੁਲਾਜ਼ਮ ਜਿਹੜਾ ਨਿਕਲ ਕੇ ਆਇਆ ਹੈਗਾ। ਸਤਿ ਸ਼੍ਰੀ ਅਕਾਲ, ਨਮਸਕਾਰ। ਮੈਂ ਹਾਂ ਦੀਪਕ ਭੰਡਾਰੀ ਤੇ ਤੁਸੀਂ ਦੇਖ ਰਹੇ ਹੋ D4U ਨਿਊਜ਼। ਅੰਮ੍ਰਿਤਸਰ ਦੇ ਵਿੱਚ G20 ਸੁਮਿਟ ਹੋਣ ਜਾ ਰਹੀ ਹੈ ਅਗਲੇ ਮਹੀਨੇ 15 ਮਾਰਚ ਤੋਂ ਲੈ ਕੇ 17 ਮਾਰਚ ਤੱਕ ਤੇ ਫਿਰ 19 ਤੇ 20 ਮਾਰਚ ਨੂੰ। ਅੰਮ੍ਰਿਤਸਰ ਦੇ ਕਈ ਮੁੱਦੇ ਨੇ ਤੇ ਇਹਨੂੰ ਲੈ ਕੇ ਕੀ ਤਿਆਰੀਆਂ ਕੀਤੀਆਂ ਗਈਆਂ ਨੇ। ਸਾਡੇ ਨਾਲ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ, ਉਹਨਾਂ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਨਮਸਕਾਰ। ਸਤਿ ਸ਼੍ਰੀ ਅਕਾਲ ਭੰਡਾਰੀ ਸਾਹਿਬ। ਤੁਹਾਡੇ ਰਾਹੀਂ ਮੈਂ ਸਾਰੇ ਤੁਹਾਡੇ ਸ਼ਰੋਤਾਵਾਂ ਨੂੰ ਅੰਮ੍ਰਿਤਸਰ ਵਿੱਚ ਹੋਣ ਜਾ ਰਹੇ ਜਿਹੜੇ G20 ਦਾ ਸਾਡਾ ਵਰਕਿੰਗ ਗਰੁੱਪ ਦੀਆਂ ਮੀਟਿੰਗਸ, ਇੰਗੇਜਮੈਂਟ ਗਰੁੱਪ ਦੀਆਂ ਮੀਟਿੰਗਸ ਹੈਗੀਆਂ, ਉਹਨਾਂ ਵਿੱਚ ਆਪਣੀ ਸ਼ਮੂਲੀਅਤ ਕਰਨ ਲਈ, ਜਨ ਭਾਗੀਦਾਰੀ ਕਰਨ ਲਈ ਸੱਦਾ ਵੀ ਦੇਣਾ ਚਾਹਾਂਗਾ। ਤੇ ਇਹ ਮੈਂ ਓਪਰਚੁਨਿਟੀ ਦੀ ਤਰ੍ਹਾਂ ਲੈ ਰਿਹਾ ਅੱਜ ਜਿਹੜਾ ਸਾਡਾ ਇਹ ਇੰਟਰਵਿਊ ਹੈਗਾ ਕਿ ਮੈਂ ਪਬਲਿਕ ਨੂੰ ਤੁਹਾਡੇ ਮਾਧਿਅਮ ਰਾਹੀਂ ਐਡਰੈਸ ਕਰ ਸਕਾਂ। ਅੱਛਾ ਡੀਸੀ ਸਾਹਿਬ, ਪਹਿਲਾ ਸਵਾਲ ਹੈ, ਦੇਖੋ ਸਭ ਤੋਂ ਪਹਿਲੇ ਤੇ ਸ਼ਾਂਤੀ, ਲਾਅ ਐਂਡ ਆਰਡਰ ਦੀ ਸਥਿਤੀ ਜੋ ਵੀ ਕੱਲ ਘਟਨਾਕ੍ਰਮ ਅਜਨਾਲੇ ਦੇ ਵਿੱਚ ਵਾਪਰਿਆ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਤੇ ਪੁਲਿਸ ਦੇ ਵਿਚਾਲੇ, ਤੁਹਾਨੂੰ ਨਹੀਂ ਲੱਗਦਾ ਵੀ ਕਿਤੇ ਨਾ ਕਿਤੇ ਇਹ ਮੈਸੇਜ ਜਿਹੜਾ ਉਹ ਠੀਕ ਨਹੀਂ ਗਿਆ? ਬਿਲਕੁਲ ਜੀ, ਇਹ ਸਾਨੂੰ ਸਾਰਿਆਂ ਨੂੰ, ਪੰਜਾਬ ਦੇ ਵਸਨੀਕਾਂ ਨੂੰ, ਸ਼ਹਿਰ ਦੇ ਵਾਸੀਆਂ ਨੂੰ, ਜ਼ਿਲ੍ਹੇ ਦੇ ਵਾਸੀਆਂ ਨੂੰ, ਭਾਈ ਅੰਮ੍ਰਿਤਪਾਲ ਸਿੰਘ ਜੀ ਉਹਨਾਂ ਦੇ ਸਪੋਰਟਰਾਂ ਸਾਰਿਆਂ ਨੂੰ ਇਹ ਸੋਚਣ ਦੀ ਲੋੜ ਹੈਗੀ ਹੈ ਕਿ ਅਸੀਂ ਇੱਕ ਬਹੁਤ ਇੰਪੋਰਟੈਂਟ ਇੰਟਰਨੈਸ਼ਨਲ ਇਵੈਂਟ ਆਉਣ ਵਾਲੇ ਸਮੇਂ ਵਿੱਚ ਅੰਮ੍ਰਿਤਸਰ ਵਿੱਚ ਆਰਗੇਨਾਈਜ਼ ਕਰਨ ਜਾ ਰਹੇ ਹਾਂ। ਇਸ ਤੋਂ ਇਲਾਵਾ ਕੱਲ੍ਹ ਪੰਜਾਬ ਵਿੱਚ ਜਿਵੇਂ ਕਿ ਇਨਵੈਸਟਰ ਸਮਿਟ ਵੀ ਹੋ ਰਿਹਾ ਸੀਗਾ। ਇਹੋ ਜਿਹੇ ਸਮੇਂ 'ਤੇ ਇਹੋ ਜਿਹੀ ਖੇਦਜਨਕ ਘਟਨਾ ਜਿਹੜੀ ਵਾਪਰੀ ਹੈਗੀ ਹੈ, ਇਹਦੇ ਨਾਲ ਇੱਕ ਬਹੁਤ ਦੁਸ਼ਪ੍ਰਭਾਵ ਇੱਕ ਜਿਹੜਾ ਹੈ ਗਲਤ ਮੈਸੇਜ ਲੋਕਾਂ ਤੱਕ ਜਾਂਦਾ ਹੈਗਾ। ਫੋਰਨ ਡਿਗਨਿਟਰੀਜ਼, ਇੰਟਰਨੈਸ਼ਨਲ ਇਨਵੈਸਟਰਸ ਉਹਨਾਂ ਤੱਕ ਜਾਂਦਾ ਹੈਗਾ ਤੇ ਸਾਡੇ ਪੰਜਾਬ ਸਟੇਟ ਦੀ ਇਕਨੋਮਿਕ ਲਾਈਫ ਲਈ ਤੇ ਪੰਜਾਬ ਸਟੇਟ ਦੀ ਇਮੇਜ ਲਈ ਅਸੀਂ ਸਾਰੇ ਹੀ ਜ਼ਿੰਮੇਵਾਰ ਹਾਂ। ਇਹਦੇ ਵਿੱਚ ਜੋ ਵੀ ਵਸਨੀਕ ਹੈ ਉਹ ਸਾਰੇ ਜ਼ਿੰਮੇਵਾਰ ਹਾਂ। ਇਸ਼ੂਜ਼ ਨੂੰ ਨਜਿੱਠਣ ਦੇ ਡੈਮੋਕ੍ਰੈਟਿਕ ਸਿਸਟਮ ਵਿੱਚ ਬਹੁਤ ਤਰੀਕੇ ਨੇ, ਸੋ ਡੈਮੋਕ੍ਰੈਟਿਕ ਤਰੀਕਿਆਂ ਨਾਲ ਆਪਾਂ ਜੇ ਚੱਲੀਏ ਅੱਗੇ ਤਾਂ ਵਧੀਆ ਹੋਊਗਾ। ਅਡੀ ਸਾਹਿਬ, ਇੱਕ ਸਵਾਲ ਜਿਹੜਾ ਉੱਭਰ ਕੇ ਆ ਰਿਹਾ ਵੀ ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਨੇ 22 ਫਰਵਰੀ ਨੂੰ ਇੱਕ ਅਪੀਲ ਕਰਤੀ ਸੀ ਵੀ ਮੈਂ 23 ਨੂੰ ਆਪਣੇ, ਕਿਉਂਕਿ ਮੇਰੇ ਸਾਥੀ ਨੂੰ ਨਹੀਂ ਛੱਡਿਆ ਜਾ ਰਿਹਾ, ਤੂਫਾਨ ਸਿੰਘ ਨੂੰ ਗਲਤ ਪਰਚਾ ਹੋਇਆ ਤੇ ਉਹਨਾਂ ਨੇ ਸਰਕਾਰ ਨੂੰ ਇਹ ਕਹਿਤਾ ਸੀ ਤੇ ਕਿਤੇ ਨਾ ਬੇਸੀ 23 ਨੂੰ ਕਿਤੇ ਨਾ ਕਿਤੇ ਜਿਵੇਂ ਹੁਣ ਉੱਥੋਂ ਦੇ ਪੁਲਿਸ ਅਧਿਕਾਰੀ ਕਹਿ ਰਹੇ ਨੇ ਵੀ ਜੋ ਸਾਨੂੰ ਤੱਥ ਦਿੱਤੇ ਨੇ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਉਹ ਤੋਂ ਪਤਾ ਲੱਗਦਾ ਹੈ ਕਿ ਇਹ ਥੋੜ੍ਹਾ ਗਲਤ ਹੋਇਆ ਵੀ ਪਹਿਲੇ ਕਮਿਊਨੀਕੇਟ ਕਰਕੇ ਇਹ ਰੋਕਿਆ ਜਾ ਸਕਦਾ ਸੀ। ਜੋ ਵੀ ਟਕਰਾਵ ਹੋਇਆ ਇਹਨੂੰ ਰੋਕਿਆ ਜਾ ਸਕਦਾ ਸੀ। ਕਿਤੇ ਨਾ ਕਿਤੇ ਫੇਲਿਅਰ ਕਿਤੇ ਨਜ਼ਰ ਆ ਰਿਹਾ। ਦੇਖੋ ਜੀ, ਇਹ ਗੱਲ ਤਾਂ ਬਿਲਕੁਲ ਝੁਠਲਾਈ ਨਹੀਂ ਜਾ ਸਕਦੀ ਵੀ ਜਿਹੜਾ ਪਾਸਟ ਹੈ ਉਹਨੂੰ ਤਾਂ ਹੁਣ ਫੜ ਨਹੀਂ ਸਕਦੇ। ਜੋ ਘਟਨਾ ਵਾਪਰ ਗਈ ਉਹਦੇ ਬਾਰੇ ਇਸ ਗੱਲ ਨੂੰ ਕਹਿਣਾ ਵੀ ਇਹ ਹੋ ਸਕਦਾ ਸੀ ਇਫ ਐਂਡ ਬਟ ਅਸੀਂ ਕਰ ਸਕਦੇ ਹਾਂ। ਜਿੱਥੇ ਤੱਕ ਮੈਨੂੰ ਇਹ ਲੱਗਦਾ ਵਿਧੀ ਦੀ ਗੱਲ ਹੈ ਵੀ ਤੁਸੀਂ ਕਿਹਾ ਵੀ ਭਾਈ ਅੰਮ੍ਰਿਤਪਾਲ ਜੀ ਨੇ 22 ਤਰੀਕ ਨੂੰ ਐਲਾਨ ਕੀਤਾ ਸੀਗਾ। ਦੇਖੋ, ਕਾਨੂੰਨਿਕ ਤੌਰ ਤੇ ਇੱਕ ਵਿਧੀ ਹੈ। ਕੱਲ ਵੀ ਉਹਨਾਂ ਨੇ ਆ ਕੇ ਜੋ ਹੈ ਉੱਥੇ ਸਬੂਤ ਪੇਸ਼ ਕੀਤੇ। ਇਹ ਸਬੂਤ 23 ਤਰੀਕ ਨੂੰ ਵੀ ਪੇਸ਼ ਕੀਤੇ ਜਾ ਸਕਦੇ ਸੀ, 24 ਨੂੰ ਵੀ। ਮੇਰਾ ਕਹਿਣ ਦਾ ਮਤਲਬ ਹੈ ਕਿ ਵੀ ਇਹ ਸਬੂਤ ਪਹਿਲਾਂ ਵੀ ਪੇਸ਼ ਕੀਤੇ ਜਾ ਸਕਦੇ ਸੀਗੇ। ਉਹ ਪੇਸ਼ ਕਰਨ ਲਈ ਹੁਣ ਜਿਵੇਂ ਨਾਰਮਲ ਪ੍ਰੋਸੀਜਰ ਹੁੰਦਾ, ਜੇ ਕਿਧਰੇ ਕੋਈ ਗਲਤ
ਪਰਚਾ ਹੋ ਵੀ ਜਾਂਦਾ, ਐਲੀਗੇਸ਼ਨ ਵੀ ਆ ਜਾਂਦੀ ਹੈ, ਤਾਂ ਪੁਲਿਸ ਕੋਲ ਜੋ ਵੀ ਕੰਪਲੇਨੈਂਟ ਪਾਰਟੀ ਹੈ ਉਹ ਆ ਕੇ ਆਪਣਾ ਪੱਖ ਰੱਖ ਦਿੰਦੀ ਹੈਗੀ ਹੈ, ਡਾਕੂਮੈਂਟਰੀ ਐਵੀਡੈਂਸ ਦੇ ਦਿੰਦੀ ਹੈ, ਜੋ ਕੱਲ ਵੀ ਕੀਤਾ ਗਿਆ। ਉਸੇ ਚੀਜ਼ ਨੂੰ ਕਰਨ ਲਈ देयर वर अपॉर्चुनिटीज़। सो मैनू ये लगता भी दोवें पक्षों वालों ही वो अपॉर्चुनिटीज़ का उपयोग शायद उस लैवल ते नहीं किया गया जितना करना चाहिए सीगा। अच्छा चलो हम गल करांगे G20 समिट दी। शहर जाम है अज भी, मैं देखो मैसेज पे हुए हैं जिथे मर्जी जी करता सड़क बनानी शुरू कर देंगे, लोग रीगो ब्रिज बंद हो गया शहर का। सर जो सानू लग रहा है भी लोगों च एक मैसेज आना शुरू हो गया भी डिस्ट्रिक्ट एडमिनिस्ट्रेशन को, पुलिस एडमिनिस्ट्रेशन को ते कॉरपोरेशन को, तीन मेन ने भी इन्हों को कोई कंस्ट्रक्टिव प्लान शहर बारे नहीं है। देखो जी ये बड़ी आम जी धारणा बननी लाजमी हैगी है, जब डिवेलपमेंट के मल्टीपल वर्कस एको ही टाइम पर होंगे ने तो नैचुरली ये धारणा बनूगी। मेरी शहर वासियों को ये बेनती है, मैं पहला भी एक बार अपील की सी भी ये जो थोड़ा 15 दिन का होर समा है जब तक G20 का साडा समिट शुरू नहीं हो जाता, उस समय तक मल्टीपल एजेंसीज नूं एट द सेम टाइम काम करना ही पैना है। ये बहुत आइडियल सिचुएशन होंदी है कि असी एक तो बाद एक वर्क करवाइए, सारा डिवेलपमेंट वर्क नूं एक फेज्ड मैनर विच करिए, बट फॉर्चुनेटली अनफॉर्चुनेटली साडे कोल भी समा प्रैपरेशन का घट सीगा, टेंडरिंग प्रोसैसेस लंबे होने करके सारी एजेंसियां ने घट्टो घट जे मैं तुहानूं दस्सां इस वेले 7 डिपार्टमेंट वखरे वखरे इस प्रैपरेशन विच इनवॉल्व हैगे ने। हुण 7 महकमियां ने अपना जी काम इक्को टाइम ते क्योंकि छेड़ता कर रहे ने, उस करके जो कियोस है वो होर ज़्यादा वध गया। रीगो ब्रिज साडी लाइफलाइन सी वो बंद हुई है, बड़ी साडे लिए भी बड़ा औखा समा भी उन्होंने बंद करना पिया मजबूरी विच। हुण मैं इस गल की मैं तुहानूं मतलब खुशखबरी दे सकदा भी वल्ला ब्रिज जिहड़ा हैगा वो अपना फर्स्ट वीक ऑफ मार्च नूं ओपन हो रहा है जी, ते जिहड़ा साडा 22 नंबर फाटक का जिहड़ा नवां ROB है ओदी असीं उम्मीद कर रहे हैं फर्स्ट वीक ऑफ अप्रैल तक वी विल बी मेकिंग इट वर्क। रीगो ब्रिज ਲਈ भी ਅਸੀਂ ਜਿਹੜਾ ਹੈ ਮਸਲਾ ਟੇਕਅਪ ਕੀਤਾ ਹੋਇਆ ਰੇਲਵੇਜ਼ ਦੇ ਨਾਲ ਤੇ ਸਟੇਟ ਗਵਰਨਮੈਂਟ ਨਾਲ ਵੀ ਕਿ ਇਹਨੂੰ ਫਾਈਨਾਂਸ ਕਰਕੇ ਰੀਗੋ ਬ੍ਰਿਜ ਨੂੰ ਵੀ ਅਸੀਂ ਨਵੇਂ ਸਿਰੇ ਤੋਂ ਬਣਾਈਏ, ਪਰ ਉਹ ਆਬਵੀਅਸਲੀ 2-2.5 ਸਾਲ ਦਾ ਸਮਾਂ ਲੱਗੂਗਾ, ਪਰ ਜਦ ਸਾਡੇ ਦੋਵੇਂ ਬ੍ਰਿਜ ਖੁੱਲ ਜਾਣਗੇ ਉਹਦਾ ਵੀ ਫਰਕ ਪਊਗਾ। ਸਰ ਇੱਕ ਮੇਰੀ ਗੱਲ ਹੋਈ ਸੀ ਕਮਿਸ਼ਨਰ ਕਾਰਪੋਰੇਸ਼ਨ ਦਾ, ਉਹਨਾਂ ਕਹਿੰਦਾ ਵੀ DC ਸਾਹਿਬ ਨੂੰ ਅਸੀਂ ਇੱਕ ਰਿਕੁਐਸਟ ਕੀਤੀ ਵੀ ਦੁਬਾਰਾ ਇੱਕ ਵਾਰੀ ਇਹਦੀ ਲਈ ਜਾਵੇ ਟੈਕਨੀਕਲ ਐਡਵਾਈਸ, ਕਿਉਂਕਿ ਇੱਥੇ 4 व्हीलर कार जी स्विफ्ट गड्डी तक वो निकलने की इजाजत दी जाए, क्योंकि वो भी क्योस जरा काफ़ी घट जाएगा क्योंकि लोगों को DC हरप्रीत सूदन को इस करके उम्मीद है कि तुम सख्त फैसले लैन करके जाने जाते हो जी। ਇਹਦੇ 'ਚ ਜੀ ਮੈਂ ਆਪਣੀ ਤੁਹਾਡੇ ਦਰਸ਼ਕਾਂ ਨੂੰ ਦੱਸ ਦਿਆਂ ਵੀ ਇਹਦੇ ਸਾਡੀ ਮਜਬੂਰੀ ਪਹਿਲੀ ਇਹ ਹੈ ਵੀ ਜਿਹੜੀ ਇਹਦੀ ਅਸੈਸਮੈਂਟ ਹੋਈ IIT ਰੁੜਕੀ ਤੋਂ, ਉਹਨਾਂ ਨੇ ਇਹ ਰਿਪੋਰਟ ਦਿੱਤੀ ਹੈ ਵੀ ਜੋ ਸਰੀਆ ਇਸ ਬ੍ਰਿਜ ਤੇ ਲੱਗਿਆ ਉਹ ਆਪਣੀ ਜਿੰਨੀ ਉਹਦੀ ਲਾਈਫ ਹੁੰਦੀ ਉਹ ਖਤਮ ਕਰ ਚੁੱਕਿਆ, ਵੀ ਜਦ ਵੀ ਇਹ ਟੁੱਟੂਗਾ ਇਹ ਕੋਲੈਪਸ ਹੋਊਗਾ, ਇੱਕਦਮ ਇਹ ਖੁਰ ਜੂਗਾ ਤੇ ਕੋਲੈਪਸ ਹੋ ਜੂਗਾ। ਇਹ ਇਵੇਂ ਨਾਰਮਲ ਜਿਵੇਂ ਸੜਕਾਂ ਇੱਕ ਪਾਸੇ ਟੁੱਟ ਜਾਂਦੀ ਹੈ ਫਿਰ ਗੱਡਾ ਪੈ ਜਾਂਦਾ ਉਵੇਂ ਨਹੀਂ ਹੋਊਗਾ, ਇਹ ਸਟਰਕਚਰਲ ਕੋਲੈਪਸ ਹੋਊਗਾ। ਸੋ ਇਸ ਕਰਕੇ ਇਹਦੇ ਤੇ ਘੱਟ ਤੋਂ ਘੱਟ ਭਾਰ ਪਾਇਆ ਜਾਵੇ, ਪਰ ਫਿਰ ਸ਼ਹਿਰ ਦੀ ਮਜਬੂਰੀ ਨੂੰ ਦੇਖਦੇ ਹੋਏ ਅਸੀਂ ਉਸ ਨੂੰ ਡੈਫੀਨਿਟਲੀ ਰੀਕਨਸੀਡਰ ਕਰ ਰਹੇ ਹਾਂ। ਮੈਂ ਫਿਰ ਐਕਸਪਰਟ ਕਮੇਟੀ ਨੂੰ ਕਹਿ ਰਿਹਾ ਵੀ ਸਿਰਫ 4 व्हीलर्स ਉਹ ਵੀ ਛੋਟੇ 4 व्हीलर्स, ਵੱਡੀਆਂ ਉਹਦੇ 'ਚ SUVs ਨਹੀਂ ਆਣਗੀਆਂ, ਸਕੂਲ ਦੀਆਂ ਵੱਡੀਆਂ ਵੈਨਾਂ ਨਹੀਂ ਆਣਗੀਆਂ, बट जो 4 पहिया गड्डियां असी आप स्विफ्ट कोई सिडान्स वगैरह यूज़ करते हैं वो असी उहदे ते मुड़ चालू करन दी एग्जामिनेशन करवा रहे हैं, फिजिबिलिटी बड़ी जल्दी हो सकता मैं वो राहत दे पावां। अजय साहब एक काफ़ी थोड़े भी नोटिस है भी सरकार भी काफ़ी जीरो टॉलरेंस करप्शन के अगेंस्ट कर रही है, पर बहुत सारे एक्सटर्नल रिपोर्टां सबमिट हुई कि अमृतसर दे विच 1 लाख जिहड़े बेनीफिशरी है, कुछ सरकारी बंदे ही वो जिहड़े सरकारी अनाज वाला बेनीफिट लै रहे हैं, कुछ आयुष्मान दे फेक कार्ड्स बने हुए हैं, एक हॉस्पिटल मालिक ने अपनी घरवाली नूं दाखिल कर लिया सी, इस तरह दी सारी घटनावां। एक होर सीगा भी बहुत सारे जिहड़े बुढ़ापा पेंशनस वो परिवार लै रहे हैं जिन्होंने जिहड़े इनकम टैक्स पेई ने जिन्होंने जरूरत नहीं है, उहदे लई फिर गल होई आ जाती है जी इंक्वायरी जांच पर जांच उहदा तरीका कि नहीं, उन्होंने अधिकारियों की जिम्मेदारी फिक्स की जाएगी जिन्होंने ये बेनीफिट्स लए ने अवेल किए ने, गरीबां दा माल खादा है उन्होंने क्या सख्त सज़ा दी जाएगी। सो तुहाडी जी जिहड़ी सवाल है उहदा जवाब मैं थोड़ा जिहा विस्तार च देना चाहांगा। सब तो पहला तो एक समाजिक मुद्दा है जी, क्योंकि जिहड़ा बेनीफिट अवेल कर रहा है वो साडे समाज दा ही जी है, उन्होंने तो पता है वो इनएलिजिबल हैगा, वो जिहड़ा है एक अपने आप नूं मिस रिप्रजेंट करके फ्रॉड करके सरकार तो बेनीफिट अवेल कर रहा हैगा ते आप अवेल करन करके किसी एलिजिबल बेनीफिशरी नूं उस तो वांझा रख रहा हैगा। सो सब तो पहली गल तो सानू एक समाज के रूप में सोचने की लोड़ है भी असी किन्ने करप्ट हो गए हैं,
ਕਿ ਸਾਡੇ ਕਰਪਸ਼ਨ ਸਾਡੇ ਖੂਨ 'ਚ ਇੰਨੀ ਜ਼ਿਆਦਾ ਚਲੀ ਗਈ ਵੀ ਸਾਨੂੰ ਇਹਦੇ ਵਿੱਚ ਸ਼ਰਮ ਵੀ ਨਹੀਂ ਆਉਂਦੀ ਵੀ ਅਸੀਂ ਇਹ ਕਰ ਰਹੇ ਹਾਂ। ਹੁਣ ਆ ਜਾਂਦੇ ਆ ਵਿਧੀ ਤੇ। ਜਿਹੜੀ ਅਸੀਂ ਵਿਧੀ ਅਪਣਾਈ ਹੈ ਉਹਦੇ ਨਾਲ ਅਸੀਂ 1 ਲੱਖ ਜਿਹੜਾ ਬੈਨੀਫੀਸ਼ੀਅਰੀ ਹੈ ਉਹਦਾ ਕਾਰਡ ਅਸੀਂ ਜਿਹੜਾ ਕੱਟ ਰਹੇ ਹਾਂ ਉਹ ਅਸੀਂ ਓਪਨਲੀ ਵੈਬਸਾਈਟ ਤੇ ਪਾ ਦਿੱਤਾ ਹੈ ਅਲੋਂਗ ਵਿਦ ਰੀਜ਼ਨਸ, ਤੇ ਅਸੀਂ ਆਬਜੈਕਸ਼ਨਸ ਵੀ ਕਲੇਮ ਕੀਤੇ ਆ। ਡੇਟਾ ਅਸੀਂ ਯੂਜ਼ ਕੀਤਾ ਡੇਟਾ ਐਨਾਲਿਟਿਕਸ ਦੇ ਰਾਹੀਂ। ਹੁਣ ਅਸੀਂ ਆਬਜੈਕਸ਼ਨ ਕਲੇਮ ਕਰ ਰਹੇ ਹਾਂ, ਹੋ ਸਕਦਾ 1 ਲੱਖ ਚੋਂ 2-3 ਹਜ਼ਾਰ 4 ਹਜ਼ਾਰ ਕੋਈ ਗਲਤ ਵੀ ਹੋ ਸਕਦਾ ਡੇਟਾ। ਸੋ ਅਸੀਂ ਸਾਰਿਆਂ ਨੂੰ ਓਪਰਚੁਨਿਟੀ ਦਿੱਤੀ ਕਿ ਵੀ ਤੁਸੀਂ ਆਓ ਆਪਣਾ ਡੇਟਾ ਦਿਓ। ਇਸ ਤੋਂ ਅਗਲਾ ਸਟੈਪ ਅਸੀਂ ਜਿਹੜਾ ਲੈਣ ਜਾ ਰਹੇ ਹਾਂ ਉਹ ਇਹ ਲੈਣ ਜਾ ਰਹੇ ਹਾਂ ਕਿ ਅਸੀਂ ਗ੍ਰੀਵੈਂਸਸ ਕਾਲ ਕਰਾਂਗੇ, ਕੰਪਲੇਂਟਸ ਕਾਲ ਕਰਾਂਗੇ ਅਨੋਨਿਮਸ। ਅਸੀਂ ਲੋਕਾਂ ਨੂੰ ਕਵਾਂਗੇ ਵੀ ਤੁਹਾਡੇ ਮੁਹੱਲੇ ਤੁਹਾਡੇ ਪਿੰਡ ਵਿੱਚ ਜੇ ਕੋਈ ਬੈਨੀਫਿਟ ਅਵੇਲ ਕਰ ਰਿਹਾ ਹੈਗਾ ਤਾਂ ਤੁਸੀਂ ਸਾਨੂੰ ਐਨੋਨਿਮਸਲੀ ਦੱਸੋ। ਇੱਕ ਪਰਫਾਰਮਾ ਬਣਾ ਕੇ ਅਸੀਂ ਸਰਕੂਲੇਟ ਕਰਨ ਜਾ ਰਹੇ ਹਾਂ, WhatsApp ਗਰੁੱਪਾਂ ਰਾਹੀਂ ਵੀ ਕਰਾਂਗੇ, ਵੈਬਸਾਈਟ ਤੇ ਵੀ ਪਾਵਾਂਗੇ ਕਿ ਇਸ ਪਰਫਾਰਮੇ ਵਿੱਚ ਟਿਕ ਮਾਰ ਕੇ ਦੱਸ ਦਿਓ ਕਿ ਵੀ ਕੀ ਇਹਦੇ ਕੋਲ 4 ਪਹੀਆ ਵਾਹਨ ਹੈ, ਕੀ ਇਹਦੇ ਘਰੇ AC ਲੱਗਿਆ, ਕੀ ਇਹਦੀ ਜ਼ਮੀਨ 2.5 ਕਿੱਲੇ ਤੋਂ ਜ਼ਿਆਦਾ ਹੈ, ਕੀ ਇਹਦੀ ਘਰੇ ਕੋਈ ਸਰਕਾਰੀ ਨੌਕਰੀ ਹੈ। ਤੁਹਾਨੂੰ ਆਪਣਾ ਨਾਮ ਵੀ ਦੱਸਣ ਦੀ ਲੋੜ ਨਹੀਂ ਸਰ। ਉਹ ਤਾਂ ਦੇਖੋ ਤੁਸੀਂ ਕਰ ਰਹੇ ਹੋ, ਬਟ ਜਿਹੜਾ ਹੋਇਆ ਮਤਲਬ ਲੋਕਾਂ ਮੈਂ ਉੱਥੇ ਹੀ ਆ ਰਿਹਾ। ਸੋ ਇਹ ਸਾਰਾ ਕਰਨ ਉਪਰੰਤ ਜੋ ਵੀ ਨਿਕਲ ਕੇ ਆਊਗਾ ਉਹਨੂੰ ਅੱਗੇ ਲਈ ਤਾਂ ਬੈਨੀਫਿਟ ਮਨਾ ਕਰ ਹੀ ਰਹੇ ਹਾਂ। ਜਿੱਥੇ ਤੱਕ ਉਹਨਾਂ ਖਿਲਾਫ ਪੁਰਾਣੇ ਐਕਸ਼ਨ ਦੀ ਗੱਲ ਹੈ, ਰਿਕਵਰੀਜ਼ ਦੀ ਗੱਲ ਹੈ, ਇਹ ਇੱਕ ਪਾਲਿਸੀ ਲੈਵਲ ਮੈਟਰ ਹੈ। ਜੇ ਸਰਕਾਰ ਸਾਨੂੰ ਕੱਲ ਨੂੰ ਪਾਲਿਸੀ ਡਿਸੀਜਨ ਲੈ ਕੇ ਕਹੂਗੀ ਵੀ ਪੁਰਾਣੀਆਂ ਰਿਕਵਰੀਆਂ ਕਰੋ, ਵੀ ਵਿਲ ਡੂ ਦੋਜ਼ ਰਿਕਵਰੀਜ਼। ਜੇ ਇਹ ਸਰਕਾਰ ਕਹੂਗੀ ਕਿ ਜਿਹੜੇ ਉਸ ਵੇਲੇ ਦੇ ਜਿੰਨੇ EMPLOYEES ਸੀਗੇ ਜਿਨ੍ਹਾਂ ਨੇ ਵੈਰੀਫਿਕੇਸ਼ਨ ਪ੍ਰੋਸੈਸ 'ਚ ਪਾਰਟ ਲਿਆ ਉਹਨਾਂ ਦੇ ਖਿਲਾਫ ਕਾਰਵਾਈ ਕਰੋ, ਤਾਂ ਵੀ ਵਿਲ ਗੋ ਐਂਡ ਡੂ ਦੈਟ ਐਕਸ਼ਨ ਐਜ਼ ਵੈਲ, ਬਟ ਇਟ ਇਜ਼ ਅ ਪਾਲਿਸੀ ਲੈਵਲ ਡਿਸੀਜਨ। ਸੋ ਮੇਰੇ ਪੱਧਰ ਤੇ ਹਾਲਾਂਕਿ ਮੈਂ ਇਤਫਾਕ ਰੱਖਦਾ ਕਿ ਸਾਨੂੰ ਉਹ ਐਕਸ਼ਨ ਵੀ ਲੈਣਾ ਚਾਹੀਦਾ ਹੈ, ਪਰ ਜਦ ਤੱਕ ਸਰਕਾਰ ਵੱਲੋਂ ਸਾਨੂੰ ਕੋਈ ਆਫੀਸ਼ੀਅਲ ਪਾਲਿਸੀ ਲੈਵਲ ਡਿਸੀਜਨ ਨਹੀਂ ਆ ਜਾਂਦਾ ਤਦ ਤੱਕ ਵੀ ਆਰ ਓਨਲੀ ਲਿਮਿਟਡ ਟੂ cutting out ineligible beneficiaries and bringing in eligible beneficiaries। ਬਹੁਤ ਸਾਰੇ ਲੋਕ ਜਿਹੜੇ ਪੈਨਸ਼ਨ ਦੇ ਹੱਕਦਾਰ ਨਹੀਂ, ਉਹਨਾਂ ਨੇ ਪੈਨਸ਼ਨਾਂ ਵੀ ਲੈ ਲਈਆਂ। ਸਰਕਾਰੀ ਸਭ ਤੋਂ ਜਿਹੜੀ ਵੱਡੀ ਗੱਲ ਹੈ ਵੀ ਸਰਕਾਰੀ ਲੋਕ ਜਿਨ੍ਹਾਂ ਨੂੰ ਆਪਣੀ ਨੌਕਰੀ ਜਾਣ ਦਾ ਵੀ ਖਤਰਾ ਨਹੀਂ ਹੈ ਉਹ ਵੀ ਇਹ ਅਵੇਲ ਕਰ ਰਹੇ ਹਨ। ਉਹਨਾਂ ਦੀ ਦੇਖੋ ਜੀ, ਜਿੱਥੇ ਦਾ ਸਰਕਾਰੀ ਮੁਲਾਜ਼ਮ ਹੈ ਉਸ ਤੋਂ ਰਿਕਵਰੀ ਕਰਨਾ ਤਾਂ ਸਭ ਤੋਂ ਈਜ਼ੀ ਹੈ ਜੀ। ਉਹਦੀ ਤਨਖਾਹ 'ਚੋਂ ਰਿਕਵਰੀ ਹੋ ਜੂਗੀ, ਅੱਗੇ ਆਉਣ ਵਾਲੀ ਉਹਦੇ ਬੈਨੀਫਿਟਸ 'ਚੋਂ ਰਿਕਵਰੀ ਹੋ ਜੂਗੀ, ਉਹਦੇ ਖਿਲਾਫ ਡਿਸਪਲਿਨਰੀ ਐਕਸ਼ਨ ਵੀ ਹੋ ਜੂਗਾ। ਪਰ ਜੇ ਤੁਸੀਂ 1 ਲੱਖ ਦੀ ਲਿਸਟ ਦੇਖੋ ਉਹਦੇ 'ਚ ਸਿਰਫ 2000 ਬੰਦਾ ਸਰਕਾਰੀ ਮੁਲਾਜ਼ਮ ਜਿਹੜਾ ਨਿਕਲ ਕੇ ਆਇਆ ਹੈਗਾ, ਬਾਕੀ ਮੈਜੋਰਟੀ ਤਾਂ ਸਾਡੇ ਪ੍ਰਾਈਵੇਟ ਸਿਟੀਜ਼ਨਸ ਹੀ ਹੈ ਨਾ। ਸੋ ਅਸੀਂ 2000 ਬੰਦੇ ਪਿੱਛੇ ਜਿੱਥੇ ਸਾਡੀ 3 ਲੱਖ ਦੀ ਵਰਕਫੋਰਸ ਹੈਗੀ ਹੈ ਸਰਕਾਰ ਦੀ, ਅਸੀਂ 2000 ਬੰਦੇ ਪਿੱਛੇ ਉਹਨਾਂ ਸਾਰਿਆਂ ਨੂੰ ਟੈਂਟਡ ਨਹੀਂ ਮੰਨ ਸਕਦੇ। ਸੋ ਬਾਈ ਐਂਡ ਲਾਰਜ ਮੈਂ ਇਹ ਕਹਿ ਰਿਹਾ ਵੀ ਜਿਹੜਾ ਸਰਕਾਰੀ ਮੁਲਾਜ਼ਮ ਨੇ ਜਾਣਦੇ ਬੁੱਝਦੇ ਇਹ ਅਵੇਲ ਕੀਤਾ ਉਹਦੇ ਖਿਲਾਫ ਤਾਂ ਸਖਤ ਕਾਰਵਾਈ ਕਰਾਂਗੇ ਹੀ ਕਰਾਂਗੇ। ਜੀ ਸਭ ਸ਼ਹਿਰ ਦਾ ਸਟਰਕਚਰ ਪੁਰਾਣਾ ਹੈ। ਦੇਖੋ ਗੱਡੀਆਂ ਬਹੁਤ ਵੱਧ ਰਹੀਆਂ ਹੈ। ਇੱਕ ਮੇਰੇ ਕੋਲ ਇੱਕ ਡਾਟਾ ਹੈ ਵੀ ਹਰ ਸਾਲ 40 ਤੋਂ 45 ਹਜ਼ਾਰ ਵਾਹੀਕਲ ਔਨ ਰੋਡ ਆਉਂਦਾ ਹੈ ਅੰਮ੍ਰਿਤਸਰ ਦੇ ਵਿੱਚ। ਬਹੁਤ ਸਾਰੀਆਂ ਇਲੀਗਲ ਬਿਲਡਿੰਗਸ ਬਣ ਰਹੀਆਂ ਹੈ, ਵੱਡੇ ਵੱਡੇ 200 300 ਕਮਰੇ ਦੇ ਹੋਟਲ ਬਣ ਰਹੇ ਹੈ, ਪਾਰਕਿੰਗ ਹੈ ਨਹੀਂ। ਮਤਲਬ ਕਾਰਪੋਰੇਸ਼ਨ ਨਾਲ ਗੱਲ ਕਰੀ, ਉਹ ਕਹਿੰਦੇ ਜੀ ਤੁਸੀਂ ਮੇਰੇ ਨਾਲ ਚਲੋ, ਤੁਸੀਂ ਦੇਖੋ ਮਾਲਸੀ ਦਾ ਮਾਲ ਰੋਡ ਜਿੰਨੀ ਬੇਸਮੈਂਟ ਸੀਗੀ ਪਾਰਕਿੰਗ ਦਿਖਾਈ ਗਈ, ਸਭ ਨੇ ਸ਼ੋਰੂਮ ਖੋਲ ਲਏ, ਕਿਸੇ ਨੇ ਕਿਰਾਏ ਤੇ ਚੜਾ ਦਿੱਤਾ। ਮਤਲਬ ਅਸੀਂ ਐਕਸ਼ਨ ਕੋਈ ਨਹੀਂ ਕਰਦੇ। ਸੌਰੀ ਟੂ ਸੇ ਵੀ ਬਹੁਤ ਸਾਰੇ ਮੋਸਟ ਕਰਪਟ ਲੋਕ ਉੱਥੇ ਬੈਠੇ ਹੈ। ਜੇ ਉਹਨਾਂ ਦੀ ਇਨਕੁਆਇਰੀ ਹੋ ਜਾਏ ਨਾ ਤੇ ਪਤਾ ਚੱਲ ਜਾਏਗਾ ਇਹਨਾਂ ਨੇ ਪੈਸਾ ਆਪਣਾ ਘਰ ਕਿਵੇਂ ਭਰਿਆ ਤੇ ਸਰਕਾਰ ਨੂੰ ਕੀ ਦਿੱਤਾ। ਇਹਦੇ ਤੇ ਬੀਇੰਗ ਹੈਡ ਆਫ ਦੀ ਡਿਸਟ੍ਰਿਕਟ ਤੁਸੀਂ ਕੋਈ ਐਕਸ਼ਨ ਲਓਗੇ, ਕੋਈ ਇਹਨਾਂ ਕੋਲ ਕਾਲ ਕਰੋਗੇ, ਕਿਉਂਕਿ ਮੈਨੂੰ ਲੱਗਦਾ ਇਹਨਾਂ ਨੂੰ ਡਰ ਡਰ ਕਿਸੇ ਦਾ ਰਹਿ ਨਹੀਂ ਗਿਆ ਜੀ। ਜਿੱਥੇ ਤੱਕ ਭੰਡਾਰੀ ਸਾਹਿਬ ਇਸ ਬਾਰੇ ਮੈਂ ਜਦ ਕਮਿਸ਼ਨਰ ਕਾਰਪੋਰੇਸ਼ਨ ਦਾ ਚਾਰਜ ਮੇਰੇ ਕੋਲ ਥੋੜੇ ਦਿਨ ਰਿਹਾ ਹੈ, ਉਸ ਵੇਲੇ ਇੱਕ ਮਸਲੇ ਚੀਜ਼ ਜਦ ਮੇਰੇ ਸਾਹਮਣੇ ਆਈ ਸੀ ਤਾਂ ਮੈਂ ਤਾਂ ਸਖਤ ਕਾਰਵਾਈ ਕਰਦੇ ਹੋਏ ਆਲਮੋਸਟ 4 ਬੰਦੇ ਜਿਹੜੇ ਇਹਨਾਂ ਦੇ ਪੂਰੀ ਬ੍ਰਾਂਚ ਦੇ ਸੀਗੇ ਮੈਂ ਸਸਪੈਂਡ ਕਰ ਦਿੱਤੇ ਸੀਗੇ। 4 ਸ਼ੀਟਾਂ ਵੀ ਬਣਾ ਕੇ ਮੈਂ ਸਰਕਾਰ ਕੋਲ ਭੇਜਤੀਆਂ, ਉਹਨਾਂ ਦੀ ਇਨਕੁਆਇਰੀਆਂ ਅੱਗੇ ਕੰਟੀਨਿਊ ਕਰਨ ਲਈ ਰੈਗੂਲਰ ਇਨਕੁਆਇਰੀਆਂ। ਜਿੱਥੇ ਗੱਲ ਆ ਜਾਂਦੀ ਹੈ ਵੀ ਅਸੀਂ ਦੇਖੋ ਇਹਦੇ ਵਿੱਚ ਤਾੜੀ ਦੋਵਾਂ ਹੱਥਾਂ ਨਾਲ ਵੱਜਦੀ ਹੈ। ਇੱਕ ਪਾਸੇ ਉਹ ਵਿਅਕਤੀ ਹੈ ਜਿਹਨੇ ਬਿਜ਼ਨਸਮੈਨ ਹੈ, ਜਿਹਨੇ ਆਪਣਾ ਹੋਟਲ ਬਣਾਇਆ, ਜੋ ਕਮਰੇ ਬਣਾ ਰਿਹਾ ਹੈਗਾ, ਉਹਨੂੰ ਵੀ ਇਹ ਸੋਚਣ ਦੀ ਲੋੜ ਹੈ ਜੀ ਵੀ ਜੇ ਮੈਂ ਪਾਰਕਿੰਗ ਨਹੀਂ ਦੇਵਾਂਗਾ ਤਾਂ ਕੀ ਮੇਰੇ ਕੋਲ ਕਸਟਮਰ ਆਊਗਾ ਜਾਂ ਨਹੀਂ ਆਊਗਾ। ਉਹ ਅੱਜ ਆਪਣੀ ਇੱਕ ਛੋਟੀ ਸੋਚ ਮਤਲਬ ਇੱਕ ਸ਼ਾਰਟ ਪੀਰੀਅਡ ਗੇਨ ਦੇ ਚੱਕਰ ਵਿੱਚ ਲੌਂਗ ਟਰਮ ਜੋ ਉਹਦਾ ਬੈਨੀਫਿਟ ਹੈ ਉਹਨੂੰ ਉਹ ਖਤਮ ਕਰ ਰਿਹਾ। 69% ਇਨਕਰੀਜ਼ ਇਸ ਸਾਲ ਇੰਟਰਨੈਸ਼ਨਲ 에ਅਰਪੋਰਟ ਤੇ ਫੁੱਟਫਾਲ ਦਾ ਹੋਇਆ, ਇਨਕਮਿੰਗ ਪੈਸੇਂਜਰਸ ਦਾ। ਤਾਂ ਤੁਸੀਂ ਇਹ ਮੰਨ ਕੇ ਚੱਲੋ ਕਿ ਵੀ ਟਰੈਵਲਰ ਜਿਹੜਾ ਸਾਡਾ ਯਾਤਰੂ ਹੈ ਉਹ ਅੰਮ੍ਰਿਤਸਰ ਵਿੱਚ ਡਿਸਪਾਈਟ ਆਲ ਥੀਸ ਕੰਸਟ੍ਰੇਂਟਸ ਜਿਹੜੇ ਤੁਸੀਂ ਮੈਨੂੰ ਦੱਸ ਰਹੇ ਹੋ ਇਹਨਾਂ ਦੇ ਬਾਵਜੂਦ ਆ ਰਿਹਾ ਹੈ। ਸੋ ਅੰਮ੍ਰਿਤਸਰ ਦੀ ਇਕਨੋਮੀ ਨੇ ਅੱਗੇ ਗਰੋ ਕਰਨਾ ਹੈ। ਸਾਨੂੰ ਸਾਰਿਆਂ ਨੂੰ ਵਿਜ਼ਨ ਵੱਡੀ ਕਰਨ ਦੀ ਲੋੜ ਹੈਗੀ ਹੈ। ਵੀ ਨੀਡ ਟੂ ਜੁਆਇੰਟਲੀ ਆਲਸੋ ਡਿਸਾਈਡ ਐਜ਼ ਅ ਫਰੈਟਰਨਿਟੀ, ਐਜ਼ ਅ ਸੋਸਾਇਟੀ, ਐਜ਼ ਸਿਟੀਜ਼ਨਸ ਆਫ ਅੰਮ੍ਰਿਤਸਰ ਕਿ ਜੀ ਅਸੀਂ ਪਾਰਕਿੰਗ ਲਈ ਸਪੇਸਿਸ ਬਣਾਈਏ, ਪਬਲਿਕ ਲਈ ਸਪੇਸਿਸ ਬਣਾਈਏ। ਸਰ ਦੈਟ ਇਜ਼ देयर ਜੋ ਤੁਸੀਂ ਕਹਿ ਰਹੇ ਹੋ ਠੀਕ ਹੈ ਵੀ ਬੰਦੇ ਨੂੰ ਮੈਨੂੰ ਚਾਹੀਦਾ ਕਿ ਮੇਰੀ ਮੋਰਲ ਰਿਸਪੌਂਸਿਬਿਲਿਟੀ ਹੋਣੀ ਚਾਹੀਦੀ, ਬਟ ਅਨਫੋਰਚੂਨੇਟਲੀ ਇਸ ਤਰ੍ਹਾਂ ਹੋ ਨਹੀਂ ਰਿਹਾ। ਤੇ ਫਿਰ ਉੱਥੇ ਆਂਦਾ ਐਨਫੋਰਸਮੈਂਟ। ਬਿਲਕੁਲ ਠੀਕ ਹੈ ਜੀ। ਤੇ ਐਨਫੋਰਸਮੈਂਟ ਵਾਲੇ ਜਦੋਂ ਕਹਿੰਦੇ ਨਾ ਵੀ ਸੌਰੀ ਟੂ ਸੇ ਮੈਂ ਜਿਹੜਾ ਵਰਡ ਯੂਜ਼ ਕਰ ਰਿਹਾ ਵੀ ਜਦੋਂ ਚੋਰ ਕੁੱਤੀ ਰਲ ਗਏ ਨਾ ਜੀ ਤੇ ਫਿਰ ਤਾਂ ਖਤਮ ਹੈ ਨਾ ਜੀ। ਸ਼ਹਿਰ ਦਾ ਬੇੜਾ ਗਰਕ ਪਹਿਲੇ ਹੀ ਸੀ ਤੇ ਆਪਣੇ ਕੋਲ ਆਉਣ ਵਾਲੇ ਦਿਨਾਂ 'ਚ ਕੋਈ ਪਲਾਨ ਫਿਲਹਾਲ ਹੈ ਨਹੀਂ। ਨਹੀਂ, ਤੁਹਾਡੀ ਗੱਲ ਬਿਲਕੁਲ ਠੀਕ ਹੈ।
ਇਹਦੇ ਬਾਰੇ ਸਿਰਫ ਇੰਨਾ ਹੀ ਮੈਂ ਕਹਿਣਾ ਚਾਹਾਂਗਾ ਵੀ ਇਸ ਸਰਕਾਰ ਦੀ ਤਾਂ ਜ਼ੀਰੋ ਟੋਲਰੈਂਸ ਔਨ ਕਰਪਸ਼ਨ ਦੀ ਅਪਰੋਚ ਹੈ ਹੀ ਹੈ। ਸੋ ਜਿਹੜੇ ਵੀ EMPLOYEES ਅੱਜ ਵੀ ਇਸ ਗਵਰਨਮੈਂਟ ਦੇ ਐਟੀਟਿਊਡ ਨੂੰ ਦੇਖਣ ਦੇ ਬਾਵਜੂਦ ਵੀ ਇਸ ਚੀਜ਼ 'ਚ ਇੰਡਲਜ ਕਰ ਰਹੇ हैं, अपनी ड्यूटी 'ਚ कोताही कर रहे हैं, जिस नाल सरकार ਦਾ ਕੰਮ ਖਰਾਬ ਹੋ ਰਿਹਾ, ਉਹਨਾਂ ਖਿਲਾਫ ਸਖਤ ਕਾਰਵਾਈ ਬਿਲਕੁਲ ਕਰਨੀ ਬਣਦੀ ਵੀ ਹੈ ਤੇ ਕੀਤੀ ਜਾਵੇਗੀ ਵੀ। ਤੇ ਜਿੱਥੇ ਤੱਕ ਤੁਸੀਂ ਇਸ ਮਾਸ ਪ੍ਰੋਬਲਮ ਦੀ ਗੱਲ ਕੀਤੀ ਹੈ, ਮੈਂ ਕਮਿਸ਼ਨਰ ਕਾਰਪੋਰੇਸ਼ਨ ਤੋਂ ਇੱਕ ਰਿਪੋਰਟ ਸਰਵੇ ਕਰਵਾ ਕੇ ਇੱਕ ਰਿਪੋਰਟ ਅਸੀਂ ਲੈ ਲੈਂਦੇ ਹਾਂ ਵੀ ਕਿੰਨੀਆਂ ਇਹੋ ਜਿਹੀਆਂ ਬੇਸਮੈਂਟਸ ਹੈਗੀਆਂ ਜਿਨ੍ਹਾਂ ਨੂੰ ਕਮਰਸ਼ੀਅਲ ਯੂਜ਼ ਵਿੱਚ ਪਾ ਦਿੱਤਾ ਗਿਆ ਹੈਗਾ, ਜਿਹੜੀਆਂ ਕਿ ਪਾਰਕਿੰਗ ਪਰਪਸਿਸ ਲਈ ਸੀਗੀਆਂ। ਐਂਡ ਇਨ ਕੇਸ ਸਾਡੇ ਕੋਲ ਮਾਸ ਲੈਵਲ ਤੇ ਆਂਦੀ ਹੈਗੀ ਹੈ, ਵੀ ਵਿਲ ਫਰਸਟ ਗਿਵ them an option to reconvert। ਜੇ ਨਹੀਂ ਮੰਨਣਗੇ ਫਿਰ ਅਸੀਂ ਸੀਲ ਕਰ ਦੇंगे ਜੀ। ਸਰ ਅੱਜ ਦਾ ਇੱਕ ਲਾਸਟ ਸਵਾਲ ਹੈ ਸਰ, ਕਿਆ ਲੋਕ ਇਹ ਜਾਣਨਾ ਚਾਹੁੰਦੇ ਹਨ, ਦੇਖੋ ਸ਼ਹਿਰ ਪੁਰਾਣਾ ਹੈ, ਉਹ ਤੇ ਬਦਲਿਆ ਨਹੀਂ ਜਾ ਸਕਦਾ, ਸੜਕਾਂ ਉਹੀ ਨੇ, ਤੇ ਸਰ ਕਿਆ ਕੋਈ ਇਸ ਤਰ੍ਹਾਂ ਦਾ ਕੁਝ ਲੋਕਾਂ ਕੋਲੋਂ ਅਸੀਂ ਆਪਣੀ ਕਮੇਟੀ ਵੀ ਬਣੀ ਹੋਈ ਹੈ, ਸੜਕ ਸੁਰੱਖਿਆ ਵਾਲੀ ਕਮੇਟੀ ਵੀ ਬਣੀ, ਕੁਝ ਪਲਾਨ ਮੰਗ ਰਹੇ ਹਾਂ ਵੀ ਤਾਂ ਕਿ ਇਹਦਾ ਰੀਕਨਸਟਰਕਟ ਕੀਤਾ ਜਾ ਸਕੇ। ਦੇਖੋ 50 ਸਾਲ ਦੀ ਪਲਾਨਿੰਗ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਦੱਸਿਆ ਵੀ ਹਰ ਸਾਲ 40-50 ਹਜ਼ਾਰ ਵਾਹੀਕਲ ਵਧ ਰਹੇ ਨੇ, ਲੋਕਾਂ ਨੂੰ ਤਾਂ ਰਾਹਤ ਮਿਲ, ਕਿਆ ਬੀਇੰਗ ਏ ਐਡਮਿਨਿਸਟ੍ਰੇਟਰ, ਬੀਇੰਗ ਏ ਹੈਡ ਆਫ ਦੀ ਡਿਸਟ੍ਰਿਕਟ, ਤੁਸੀਂ ਕੋਈ ਇਸ ਤਰ੍ਹਾਂ ਦੀ ਪਲਾਨਿੰਗ ਤੇ ਕੰਮ ਕਰ ਰਹੇ ਹੋ? ਦੇਖੋ ਇਹਦੇ ਲਈ ਇੱਕ ਅਸੀਂ ਵੱਡਾ ਪਲਾਨ ਇਹ ਸੋਚਿਆ ਸੀਗਾ ਕਿ ਜਿਹੜੀ ਸਾਡੀ ਨਵੀਂ ਰਿੰਗ ਰੋਡ ਡਿਵੈਲਪ ਹੋ ਰਹੀ ਹੈ ਜੀ, ਉਸ ਤੋਂ ਲੈ ਕੇ ਜਿਹੜੀ ਸਾਡੀ ਇੰਟਰਨਲ ਰੋਡਸ ਇੰਟਰਨਲ ਸ਼ਹਿਰ ਦਾ ਹੈਗਾ ਉਹਦੇ ਵਿੱਚ ਦੀ ਜ਼ਮੀਨ ਦੇ ਏਰੀਆ ਨੂੰ ਅਸੀਂ ਵੀ ਵਾਂਟਡ ਟੂ ਕਮ ਅਪ ਵਿਦ ਅ ਹੋਲਸਮ ਕੰਸੋਲੀਡੇਟਡ ਪਲਾਨ। ਮੈਂ ਨਾ ਜੀ ਆਪ ਪੀਕ ਟ੍ਰੈਫਿਕ ਆਰਸ ਵੀ ਦੇਖੇ ਆ ਜਦ ਮੈਂ ਆਪ ਜਾਮ 'ਚ ਫਸਦਾ, ਤੇ ਮੈਂ ਇੱਕ ਟ੍ਰੈਂਡ ਦੇਖਿਆ, ਜੇ ਤੁਸੀਂ ਸਵੇਰੇ 7 ਵਜੇ ਤੱਕ ਅੰਮ੍ਰਿਤਸਰ ਦੀ ਸੜਕਾਂ ਤੇ ਨਿਕਲੋਗੇ ਤੁਹਾਨੂੰ ਖਾਲੀ ਮਿਲਣਗੇ, ਐਕਸੈਪਟ ਫॉर ਜਿਹੜੇ ਦਰਬਾਰ ਸਾਹਿਬ ਸ਼ਰਧਾਲੂ ਜਾਂਦੇ ਆ ਜਾਂ ਉਸ ਵਾਲੇ ਏਰੀਆ ਨੂੰ, ਤੇ ਤੁਸੀਂ ਰਾਤੀ ਜੇ 9 ਵਜੇ ਤੋਂ ਬਾਅਦ ਨਿਕਲੋਗੇ ਅਗੇਨ ਤੁਹਾਨੂੰ ਖਾਲੀ ਮਿਲਣਗੇ। ਸੋ ਜਿਹੜਾ ਸਾਡਾ ਟ੍ਰੈਫਿਕ ਹੈ ਉਹ ਸਾਡੇ ਪੀਕ ਆਰਸ ਜਿਹੜੇ ਸਾਡੇ ਟੂਰਿਸਟ ਦੇ ਪੀਕ ਆਰਸ ਹੈ ਉਹਨਾਂ ਨਾਲ ਕੋਇਨਸਾਈਡ ਕਰਦਾ ਹੈਗਾ, ਜਾਂ ਫਿਰ ਸਾਡੇ ਜਿਹੜੇ ਦਫ਼ਤਰਾਂ ਦੇ ਜਿਹੜੇ ਜਾਣ ਦੇ ਜਾਂ ਆਉਣ ਦੇ ਟਾਈਮ ਉਹਨਾਂ ਨਾਲ ਕੋਇਨਸਾਈਡ ਕਰਦਾ। ਅਨਲਾਈਕ ਦਿੱਲੀ, ਅਨਲਾਈਕ ਵੱਡੀਆਂ ਸਿਟੀਜ਼ ਜਿੱਥੇ ਕਿ ਤੁਹਾਨੂੰ ਟ੍ਰੈਫਿਕ ਦਿਨ 'ਚ ਕਿਸੇ ਵੇਲੇ ਵੀ ਚਲੇ ਜਾਓ ਮਿਲ ਜੂਗਾ, ਅੰਮ੍ਰਿਤਸਰ ਦੀ ਸੇਮ ਸਟੇਟਸ ਨਹੀਂ ਹੈਗਾ। ਸੋ ਸਾਡਾ ਜਿਹੜਾ ਗਰੋਥ ਸਟੋਰੀ ਹੈ, ਜੋ ਪਲੈਨਿੰਗ ਹੈ, ਉਹ ਵੀ ਅੰਮ੍ਰਿਤਸਰ ਦੀ ਇਸ ਚੀਜ਼ ਨੂੰ ਦੇਖਦੇ ਹੋਏ ਹੀ ਅਸੀਂ ਕਰ ਰਹੇ ਹਾਂ। ਅਸੀਂ ਕੁਝ ਐਕਸਪਰਟਸ ਜਿਹੜੇ ਹੈ PhD ਇਨ ਰੋਡ ਮੈਨੇਜਮੈਂਟ, ਟ੍ਰੈਫਿਕ ਮੈਨੇਜਮੈਂਟ ਹੈਗੇ ਆ, ਜਿਨ੍ਹਾਂ ਨੇ ਮੁੰਬਈ ਵਰਗੇ ਸ਼ਹਿਰਾਂ ਤੇ ਕੰਮ ਕੀਤਾ ਹੋਇਆ, ਅਸੀਂ ਉਹਨਾਂ ਨਾਲ ਵੀ ਇਨ ਟੱਚ ਆ, ਉਹਨਾਂ ਨੂੰ ਵੀ ਬੁਲਾ ਰਹੇ ਵੀ ਸਾਨੂੰ ਪਲੈਨਿੰਗ ਵਿੱਚ ਦੱਸਿਆ ਜਾਵੇ। ਜੰਕਸ਼ਨ ਇੰਪਰੂਵਮੈਂਟ ਤੇ ਅਸੀਂ ਜਿਹੜੀ ਕੰਪਨੀ ਨੇ ਲਖਨਊ ਵਿੱਚ, ਇਲਾਹਾਬਾਦ ਵਿੱਚ ਜੰਕਸ਼ਨ ਇੰਪਰੂਵਮੈਂਟ ਦੇ ਕੰਮ ਕੀਤਾ, ਉਹ ਇਸ ਵੇਲੇ ਲੱਗੀ ਹੋਈ ਹੈ ਅੰਮ੍ਰਿਤਸਰ ਵਿੱਚ, ਉਹ ਆਪਣਾ ਪਲਾਨ ਸਬਮਿਟ ਕਰ ਰਹੀ ਹੈ। ਐਂਡ G20 ਤੋਂ ਪਹਿਲਾਂ ਵੀ ਉਹਨਾਂ ਨੂੰ ਅਸੀਂ 1-2 ਚੌਂਕ ਦਿੱਤੇ ਸੀਗੇ ਕਿ ਵੀ ਇਹ ਠੀਕ ਕਰਕੇ ਦਿਓ ਸਾਨੂੰ। ਸੋ ਦੇ ਆਰ ਐਟ ਇਟ। ਸਰ ਲੋਕ ਨਾ ਕੁਝ ਸੁਝਾਅ ਸਾਨੂੰ ਵੀ ਦਿੰਦੇ ਨੇ, ਦੇਖੋ ਈ ਰਿਕਸ਼ਾ ਦੀ ਕੋਈ ਰਜਿਸਟ੍ਰੇਸ਼ਨ ਨਹੀਂ ਹੈ, ਕਿਤੇ ਕੋਈ ਮਿਸ ਹੈਪ ਹੁੰਦੀ, ਤੁਹਾਨੂੰ ਯਾਦ ਹੀ ਹੈ ਪਿੱਛੇ ਇੱਕ ਇਨਸੀਡੈਂਟ ਹੋਇਆ, ਬਾਹਰੋਂ ਲੜਕੀ ਆਈ ਸੀ, ਉਹਦਾ ਗਿਰ ਗਈ, ਉਹਦੀ ਮੌਤ ਹੋ ਗਈ। ਇਹਨਾਂ ਦਾ ਕੁਝ ਪਲਾਨਿੰਗ ਨਹੀਂ ਹੈ ਵੀ ਇਹਨਾਂ ਨੂੰ ਹੀ ਪਲਾਨਡ ਵੇ ਦੇ ਨਾਲ ਟ੍ਰੈਫਿਕ ਕੰਟਰੋਲ ਕਰ ਲਿਆ ਜੇ, ਮਤਲਬ ਇਹਨਾਂ ਦੇ ਕੋਈ ਰੰਗ ਬਦਲਤੇ ਜਾਣ, ਚਾਹੇ ਉਹ ਆਟੋ ਹੈ ਚਾਹੇ ਦੂਸਰੇ ਨੇ, ਵੀ ਤੂੰ 5 ਜਿਹੜੇ ਦਿਸ਼ਾਵਾਂ ਨੇ ਉੱਥੇ ਚੱਲਣਗੇ। ਨਾਲ ਦੀ ਨਾਲ ਅੰਮ੍ਰਿਤਸਰ ਦਾ ਬੱਸ ਸਟੈਂਡ ਹੈ, ਵੀ ਕਿਆ ਇਹਦੀ ਪਲਾਨਿੰਗ ਪਹਿਲੇ ਚੱਲੀ ਸੀ, ਜਿਵੇਂ ਇਹ ਬਾਹਰ ਸ਼ਿਫਟ ਹੋਏਗਾ, ਨਾਲ ਦੀ ਨਾਲ ਜਿਵੇਂ ਇੱਥੇ ਟਰੱਕ ਹੈਵੀ ਵਾਹੀਕਲ ਨੇ ਉਹ ਜਦੋਂ ਆਉਂਦੇ ਨੇ ਦਿਨ ਦੇ ਟਾਈਮ, ਵੀ ਇਹਨਾਂ ਸਾਰੀਆਂ ਚੀਜ਼ਾਂ ਲੋਕ ਇਹ ਸੁਝਾਅ ਦਿੰਦੇ ਨੇ ਵੀ ਕਿਆ ਉਮੀਦ ਕੀਤੀ ਜਾਵੇ ਵੀ ਇਹ ਚੀਜ਼ਾਂ ਤੋਂ ਮਤਲਬ ਐਡਮਿਨਿਸਟ੍ਰੇਸ਼ਨ ਵੀ ਉਹਦੇ 'ਤੇ ਕੰਮ ਕਰ ਰਹੀ ਹੈ। ਸੋ ਮੈਂ ਇਹ ਦੱਸ ਦਿਆਂ ਵੀ ਜੀ ਐਡਮਿਨਿਸਟ੍ਰੇਸ਼ਨ ਸਚੇਤ ਹੈ, ਜ਼ਰੂਰ ਪਬਲਿਕ ਨੂੰ ਇਹ ਲੱਗਦਾ ਹੋਊਗਾ ਵੀ ਅਸੀਂ ਹੱਥ ਤੇ ਹੱਥ ਧਰ ਕੇ ਬੈਠੇ ਹਾਂ, ਬਟ ਇਹੋ ਜਿਹੀ ਕੋਈ ਗੱਲ ਨਹੀਂ। ਟਰਾਂਸਪੋਰਟ ਨਗਰ ਨੂੰ ਬਾਹਰ ਲਿਜਾਣ ਲਈ ਘਿਓ ਮੰਡੀ ਵਾਲਾ ਇਲਾਕਾ ਜਿਹੜਾ ਹੈਗਾ ਜਿੱਥੇ ਕਿ ਸਾਰੀ ਤੁਹਾਡੀ ਵਹੀਕਲਸ ਆਉਂਦੀਆਂ, ਸਟੋਰੇਜ ਦਾ ਸਿਸਟਮ ਹੈ, ਉਹਨੂੰ ਬਾਹਰ ਲਿਜਾਣ ਲਈ ਆਲਰੇਡੀ ਅਸੀਂ ਜਿਹੜੀ ਮਾਰਕੀਟ ਐਸੋਸੀਏਸ਼ਨਸ ਹੈ ਉਹਨਾਂ ਨਾਲ ਗੱਲਬਾਤ ਕੀਤੀ ਹੈ ਕਿ ਜੀ ਇਫ ਯੂ ਆਰ ਵਿਲਿੰਗ ਤਾਂ ਅਸੀਂ ਬਾਹਰ ਇਨਫਰਾਸਟ੍ਰਕਚਰ ਉਹ ਕ੍ਰੀਏਟ ਕਰੀਏ। ਬਿਕੋਜ਼ ਅਸੀਂ ਇਨਫਰਾਸਟ੍ਰਕਚਰ ਕ੍ਰੀਏਟ ਕਰ ਦਈਏ ਫਿਰ ਉਹ ਵਿਲਿੰਗ ਨਾ ਹੋਣ ਤਾਂ ਇੱਕ ਲੀਗਲ ਬੈਟਲ ਵਿੱਚ ਚਲਾ ਜਾਂਦਾ, એનર્ਜੀ ਕੰਸਟਰਕਟਿਵ ਪਰਪਸ ਦੀ ਬਜਾਏ ਇੱਕ ਕਨਫਰੰਟੇਸ਼ਨ ਪਰਪਸ ਲਈ ਯੂਜ਼ ਹੁੰਦੀ ਹੈ। ਸਿਮਿਲਰਲੀ ਅਸੀਂ ਬੱਸ ਸਟੈਂਡ ਨੂੰ ਬਾਹਰ ਲਿਜਾਣ ਲਈ ਡੈਫੀਨਿਟਲੀ ਸਾਡੀ ਪਲੈਨਿੰਗ ਚੱਲ ਰਹੀ ਹੈ। ਅਸੀਂ ਸਗੋਂ ਮੈਂ ਇਹ ਵੀ ਦੱਸ ਦਿਆਂ ਵੀ ਵਰ ਐਕਸਪਲੋਰਿੰਗ ਦਾ ਆਪਸ਼ਨ ਜਿਹੜਾ ਸਾਡਾ ਆਲਰੇਡੀ ਬਾਹਰ ਡੀਪੂ ਹੈਗਾ ਪੁਰਾਣਾ, ਅਸੀਂ ਉਹਨੂੰ ਕਨਵਰਟ ਕਰਨ ਦਾ ਵੀ ਆਪਸ਼ਨ ਐਕਸਪਲੋਰ ਕਰ ਰਹੇ ਸੀਗੇ, ਬਟ ਉਹ ਕੁਝ ਕਨੈਕਟੀਵਿਟੀ ਇਸ਼ੂਜ਼ ਆ ਰਹੇ ਨੇ ਤੇ NHAI ਦੀ ਰੋਡ ਦੇ ਕਰਕੇ ਹਰ ਡਾਇਰੈਕਸ਼ਨ 'ਚ ਬੱਸਿਸ ਦੀ ਮੂਵਮੈਂਟ ਦਾ ਇਸ਼ੂ ਆ ਰਿਹਾ ਸੀਗਾ। ਸੋ ਵੀ ਆਰ ਵਰਕਿੰਗ ਔਨ ਦੈਟ ਐਜ਼ ਵੈਲ। ਇਸ ਤੋਂ ਇਲਾਵਾ ਜਿੱਥੇ ਤੁਸੀਂ ਈ ਰਿਕਸ਼ਾਸ ਦੀ ਗੱਲ ਕੀਤੀ ਹੈ ਉਹਦੇ ਲਈ ਵੀ ਅਸੀਂ ਪ੍ਰਪੋਜ਼ ਕਰ ਰਹੇ ਹਾਂ, ਅਸੀਂ ਗਵਰਨਮੈਂਟ ਆਫ ਪੰਜਾਬ ਨੂੰ ਪ੍ਰਪੋਜ਼ ਕੀਤਾ ਕਿ ਰੈਗੂਲੇਟਰੀ ਫਰੇਮਵਰਕ 'ਚ ਇਹਨਾਂ ਦੀ ਰਜਿਸਟ੍ਰੇਸ਼ਨ ਦਾ ਇੱਕ ਸਾਨੂੰ ਬਣਾ ਦਿੱਤਾ ਜਾਵੇ, ਉਹ ਪਾਵਰ ਦੇ ਦਿੱਤੀ ਜਾਵੇ, ਚਾਹੇ ਕਾਰਪੋਰੇਸ਼ਨ ਕਰ ਲੇ ਉਹ ਚੀਜ਼, ਚਾਹੇ ਉਹ ਸੈਕਟਰੀ RTA ਦੇ ਥਰੂ ਹੋ ਜੇ, ਸਾਡੇ ਕੋਲ ਇੱਕ ਰੈਗੂਲੇਟਰੀ ਫਰੇਮਵਰਕ ਆ ਜੇ ਜਿਹਦੇ ਵਿੱਚ ਅਸੀਂ ਇਹਨਾਂ ਨੂੰ ਰਜਿਸਟਰ ਕਰ ਸਕੀਏ, ਇਹਨਾਂ ਦਾ ਨੰਬਰ ਕੈਪ ਕਰ ਸਕੀਏ। ਇਹ ਨਹੀਂ ਵੀ ਕੋਈ ਨਵਾਂ ਬੰਦਾ ਹਰ ਰੋਜ਼ ਆ ਕੇ ਇੱਕ ਨਵਾਂ ਈ ਰਿਕਸ਼ਾ ਇੱਥੇ ਪਾ ਦੇ, ਦੇयर ਸ਼ੁੱਡ ਬੀ ਅ ਕੈਪ ਔਨ देयर ਨੰਬਰਸ ਐਂਡ ਉਸ ਤੋਂ ਬਿਯੋਂਡ ਕੋਈ ਅਸੀਂ ਜਿਹੜਾ ਹੈ ਚੱਲਣ ਨਾ ਦਈਏ। ਸੋ ਐਡਮਿਨਿਸਟ੍ਰੇਸ਼ਨ ਇਜ਼ ਵਰਕਿੰਗ, ਹੋਪਫੁਲੀ
ਆਉਣ ਵਾਲੇ ਸਮੇਂ ਵਿੱਚ ਅਸੀਂ ਪਬਲਿਕ ਨੂੰ ਕੁਝ ਰਾਹਤ ਦੇਣ ਵਿੱਚ ਕਾਮਯਾਬ ਵੀ ਹੋਵਾਂਗੇ। ਪਬਲਿਕ ਕੋ ਕਿਸ ਤਰ੍ਹਾਂ ਦਾ ਸਹਿਯੋਗ ਚਾਹੁੰਦੇ ਹੋ? ਸਭ ਤੋਂ ਵੱਡਾ ਸਹਿਯੋਗ ਤਾਂ ਜੀ ਮੈਂ ਟ੍ਰੈਫਿਕ ਵਿੱਚ ਪਬਲਿਕ ਕੋਲੋਂ ਇਹ ਚਾਹੁੰਦਾ ਵੀ ਤੁਸੀਂ ਆਪ ਟ੍ਰੈਫਿਕ ਨਿਯਮਾਂ ਦੇ ਉਲੰਘਣਾ ਨਾ ਕਰੋ। ਅੰਮ੍ਰਿਤਸਰ 'ਚ ਮੈਂ ਇੱਕ ਕਲਚਰ ਦੇਖਿਆ ਹੈਗਾ, ਰੋਂਗ ਵੇ ਆਣਾ, ਤੁਸੀਂ ਸਰਵਿਸ ਰੋਡ ਨੂੰ ਦੋਵੇਂ ਸਾਈਡ ਯੂਜ਼ ਕਰਨਾ, ਕ੍ਰਾਸ ਕਟਿੰਗ ਕਰਨਾ, ਗੱਡੀ ਸੜਕ ਦੇ ਫੁੱਟਪਾਥ ਤੋਂ ਨਾਲ ਪਾਰਕ ਕਰਨ ਦੀ ਬਜਾਏ 4 ਫੁੱਟ ਛੱਡ ਕੇ ਗੱਡੀ ਪਾਰਕ ਕਰ ਦੇਣਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਪਬਲਿਕ ਨੂੰ ਆਪ ਦੀਆਂ ਆਪ ਬਦਲਣੀਆਂ ਪੈਣੀਆਂ। ਇਹ ਕੋਈ ਸਿਆਣੇ ਬੰਦੇ ਆ, 18 ਤੋਂ ਉੱਪਰ ਦਾ ਬੰਦਾ ਹੀ ਇੱਕ ਡਰਾਈਵਿੰਗ ਲਾਇਸੈਂਸ ਲੈ ਕੇ ਡਰਾਈਵ ਕਰਦਾ ਹੈਗਾ। ਹਰ ਕਿਸੇ ਦੇ ਉੱਤੇ ਇੱਕ ਡੰਡਾ ਲੈ ਕੇ ਨਹੀਂ ਖੜਿਆ ਜਾ ਸਕਦਾ। ਜੇ ਅਸੀਂ ਆਪ ਆਪਣੇ ਆਪ ਨੂੰ ਬਦਲਾਂਗੇ ਤਾਂ ਸ਼ਹਿਰ ਸਾਨੂੰ ਸਾਡੇ ਲਈ ਹੀ ਉਨਾ ਵਧੀਆ ਮਿਲੂਗਾ। ਐਂਬੂਲੈਂਸਸ ਆਉਂਦੀਆਂ ਤਾਂ ਵੀ ਤਾਂ ਅਸੀਂ ਰਾਹ ਛੱਡਦੇ ਹੀ ਆ ਨਾ, ਤਾਂ ਅਸੀਂ ਆਪ ਤਰਤੀਬਵਾਰ ਤਰੀਕੇ ਨਾਲ ਕਿਉਂ ਨਹੀਂ ਚੱਲ ਸਕਦੇ? ਮੇਰੀ ਇਹੀ ਬੇਨਤੀ ਹੈ ਸਾਰੇ ਤੁਹਾਡੇ ਸ਼ਰੋਤਾਵਾਂ ਨੂੰ ਕਿ ਅਸੀਂ ਅੰਮ੍ਰਿਤਸਰ ਨੂੰ ਇੱਕ ਟੂਰਿਸਟ ਫ੍ਰੈਂਡਲੀ, ਇੱਕ ਕਨਵੀਨੀਅੰਸ ਫ੍ਰੈਂਡਲੀ ਸਿਟੀ ਤੇ ਡਿਸਟ੍ਰਿਕਟ ਬਣਾਉਣ ਵਿੱਚ ਸਹਿਯੋਗ ਕਰੀਏ। ਧੰਨਵਾਦ ਸਰ ਨਾਲ ਗੱਲ ਕਰਨੀ ਸਨ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸ਼ੂਦਨ। ਤੁਹਾਨੂੰ ਦੱਸ ਦਈਏ ਇਹ ਪਹਿਲੇ ਸ਼ਾਇਦ IAS ਅਫਸਰ ਹੋਣਗੇ ਜਿਨ੍ਹਾਂ ਨੇ ਆਪਣੇ ਬੱਚੇ ਨੂੰ ਸਰਕਾਰੀ ਸਕੂਲ ਦੇ ਵਿੱਚ ਦਾਖਲ ਕਰਾਇਆ। ਬਈ ਗੱਲ ਅੰਮ੍ਰਿਤਸਰ ਦੀਆਂ ਸਮੱਸਿਆਵਾਂ ਦੀ ਇਹਨਾਂ ਨੇ ਖੁੱਲ੍ਹ ਕੇ ਦੱਸਿਆ ਵੀ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਕੋਈ ਚੀਜ਼ ਸੰਭਵ ਨਹੀਂ ਹੈ। ਇਸ ਅੰਮ੍ਰਿਤਸਰ ਵਾਸੀਆਂ ਲਈ ਸੁਭਾਗੇ ਦੀ ਗੱਲ ਹੈ ਕਿ G20 ਸੁਮਿਟ ਹੋ ਰਿਹਾ ਇੱਥੇ ਆ ਕੇ ਬਹੁਤ ਸਾਰੇ ਵਿਦੇਸ਼ਾਂ ਤੋਂ ਦੇਸ਼ਾਂ ਤੋਂ ਇੱਥੇ ਆਣੇ ਆ, ਡੈਲੀਗੇਟਸ ਆਉਣੇ ਆ। ਇਸ ਕਰਕੇ ਪ੍ਰਸ਼ਾਸਨ ਦਾ ਸਹਿਯੋਗ ਦਿਓ ਤੇ ਨਾਲ ਦੀ ਨਾਲ ਇਹਨਾਂ ਨੂੰ ਆਪਣੇ ਸੁਝਾਅ ਵੀ ਦਿਓ। ਤੁਸੀਂ ਸੁਝਾਅ ਸਾਨੂੰ ਵੀ ਭੇਜ ਸਕਦੇ ਹੋ ਸਾਡੇ ਥੱਲੇ ਕਮੈਂਟ ਪਾ ਕੇ ਤੇ ਅਸੀਂ ਤਾਂ ਕਿ ਐਡਮਿਨਿਸਟ੍ਰੇਸ਼ਨ ਨੂੰ ਤੁਹਾਡੇ ਸੁਝਾਅ ਭੇਜ ਸਕੀਏ, ਕਿਉਂਕਿ ਲੋਕਾਂ ਦੇ ਸੁਝਾਅ ਸਾਡੇ ਲਈ ਤੇ ਐਡਮਿਨਿਸਟ੍ਰੇਸ਼ਨ ਲਈ, ਸਰਕਾਰਾਂ ਲਈ ਬਹੁਤ ਜਿਹੜੇ ਉਹ ਮਾਇਨੇ ਰੱਖਦੇ ਨੇ। ਸਾਨੂੰ ਦਿਓ ਇਜਾਜ਼ਤ। ਧੰਨਵਾਦ, ਨਮਸਕਾਰ। ਅੰਮ੍ਰਿਤਸਰ ਤੋਂ D4 ਦੀ ਦੀਪਕ ਭੰਡਾਰੀ ਦੀ ਖਾਸ ਰਿਪੋਰਟ।